ਨੈਕਸਟ ਟੋਪਿਕ ਆਪਣਾ ਫਾਈਨੈਂਸਿੰਗ ਡਿਸੀਜ਼ਨ। ਇਹਦਾ ਮਤਲਬ ਸਮਝਿਓ, ਜਦੋਂ ਵੀ ਹੁਣ ਤੁਸੀਂ ਪੈਸੇ ਦੀ ਗੱਲ ਕਰਦੇ ਪਏ ਹੋ, ਇਹ ਵੀ ਤਾਂ ਪਤਾ ਹੋਵੇ ਪੈਸਾ ਲੈ ਕੇ ਕਿੱਥੋਂ ਆਉਣਾ। ਡੈਟ ਤੋਂ ਪੈਸਾ ਲਈਏ ਜਾਂ ਇਕੁਇਟੀ ਤੋਂ ਪੈਸਾ ਲਈਏ, ਇਹਨੂੰ ਕਹਿੰਦੇ ਆ ਡਿਸਾਈਡਿੰਗ ਦਾ ਸੋਰਸ ਆਫ ਫਾਈਨਾਂਸ। ਆਈਦਰ ਇਹ ਓਨਰ ਫੰਡ ਹੋਊਗਾ ਜਾਂ ਫਿਰ ਬੋਰੋਡ ਫੰਡ ਹੋਊਗਾ। ਵੀਰੇ ਸਾਨੂੰ ਇਹ ਤਾਂ ਕਲੀਅਰ ਹੀ ਨਹੀਂ ਹੈਗਾ ਵੀ ਓਨਰ ਫੰਡ ਕੀ ਹੁੰਦਾ, ਬੋਰੋਡ ਫੰਡ ਕੀ ਹੁੰਦਾ। ਕੋਈ ਗੱਲ ਨਹੀਂ, ਮੈਂ ਹੁਣੇ ਕਲੀਅਰ ਕਰਦਾ ਇਸ ਚੀਜ਼ ਨੂੰ। ਇੱਕ ਪਾਸੇ ਰੱਖ ਲਿਆ ਆਪਾਂ ਓਨਰ ਫੰਡ, ਇੱਕ ਪਾਸੇ ਰੱਖ ਲਿਆ ਆਪਾਂ ਬੋਰੋਡ ਫੰਡ। ਇਹ ਚੀਜ਼ ਚੈਪਟਰ ਨੰਬਰ ਕਲਾਸ ਨੰਬਰ 11 'ਚ ਕਰਾਈ ਜਾਂਦੀ ਹੈ। ਓਨਰ ਫੰਡ ਦਾ ਮਤਲਬ ਹੋ ਗਿਆ ਇਕੁਇਟੀ ਸ਼ੇਅਰਸ, ਪ੍ਰੈਫਰੈਂਸ ਸ਼ੇਅਰ, GDR, ADR। ਅਤੇ ਆਪਾਂ ਜਿਹਤੇ ਫੋਕਸ ਕਰਨਾ ਮੇਨਲੀ ਉਹ ਇਕੁਇਟੀ ਅਤੇ ਪ੍ਰੈਫਰੈਂਸ, ਜਾਂ ਫਿਰ ਮੋਸਟ ਪ੍ਰੋਬੇਬਲੀ ਕਹਾਂ ਤਾਂ ਇਕੁਇਟੀ ਇਕੱਲਾ। ਇਹ ਸਟੀਕ ਹੈ ਵੀ ਇਕੁਇਟੀ 'ਤੇ ਫੋਕਸ ਕਰਨਾ ਆਪਾਂ। ਇੱਧਰ ਗੱਲ ਕਰੀਏ ਬੋਰੋਡ ਫੰਡ ਦੀ। ਬੋਰੋਡ ਫੰਡ ਦਾ ਮਤਲਬ ਤੁਸੀਂ ਇਹ ਸਮਝ ਲਓ ਡਿਬੈਂਚਰ, ਲੋਨ। ਇਹ 'ਤੇ ਡਿਵੀਡੈਂਡ ਹੁੰਦਾ, ਇਹ 'ਤੇ ਵਿਆਜ ਹੁੰਦਾ। ਠੀਕ ਆ, ਡਿਵੀਡੈਂਡ ਆਪਾਂ ਪਹਿਲਾਂ ਸਮਝ ਲਿਆ ਸੀਗਾ। A company can raise finance from various sources such as by issue of share मतलब equity share ਲਾ ਲਏ, debentures, ਲੋਨ ਲੈ ਸਕਦੇ ਹਾਂ। Deciding how much to raise from which source is financing decision। ਠੀਕ ਹੈ, ਇਹਦੀ ਗੱਲ ਕਰਦੇ ਪਏ ਵੀ ਸਾਡੇ ਲਈ ਡੈਟ ਸਹੀ ਹੈ ਜਾਂ ਸਾਡੇ ਲਈ ਇਕੁਇਟੀ ਸਹੀ ਆ। ਠੀਕ ਆ, ਇਹਦੀ ਚੀਜ਼ ਨੂੰ ਆਪਾਂ ਫਾਈਨੈਂਸਿੰਗ ਡਿਸੀਜ਼ਨ ਕਹਿ ਰਹੇ ਹਾਂ। ਓਕੇ, ਅੰਡਰਸਟੈਂਡਿੰਗ ਕਰਨੀ, ਜਿਹੜੀ ਚੀਜ਼ ਮੈਂ ਤੁਹਾਨੂੰ ਉੱਪਰ ਬਣਾ ਕੇ ਦੱਸੀ ਉਹਨੇ ਬੋਰੋਡ ਫੰਡ ਅਤੇ ਓਨਰ ਦਾ ਉਹੀ ਚੀਜ਼ ਉਰੇ ਲਿਖੀ ਹੈ। ਰਿਸਕੀ, ਬੋਰੋਡ ਫੰਡ ਜ਼ਿਆਦਾ ਰਿਸਕੀ ਹੈ। ਕਿਉਂ? ਇਹ 'ਤੇ ਪੱਕਾ ਵਿਆਜ ਪੇ ਕਰਨਾ ਪੈਂਦਾ। ਪੱਕਾ ਵਿਆਜ ਮਤਲਬ ਫਿਕਸ ਹੈ, ਤੁਸੀਂ ਵਿਆਜ ਨੂੰ ਮਨਾ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਜੇ ਹੋਇਆ ਦੇ ਦਾਂਗੇ ਵਿਆਜ, ਨਹੀਂ ਹੋਇਆ ਤਾਂ ਅਸੀਂ ਪੇ ਨਹੀਂ ਕਰਨਾ ਹੈਗਾ। ਤੁਹਾਨੂੰ ਵਿਆਜ ਤਾਂ ਪੇ ਕਰਨਾ ਹੀ ਪਊਗਾ, ਇਹ ਕਲੀਅਰ ਹੈ, ਡੈਫੀਨੇਟ ਆ। ਠੀਕ ਹੈ, ਉਸ ਤੋਂ ਬਾਅਦ ਗੱਲ ਕਰੀਏ ਸ਼ੇਅਰ ਹੋਲਡਰ ਦੀ। ਇਹ ਥੋੜ੍ਹਾ ਘੱਟ ਰਿਸਕੀ ਹੈ। ਰੀਜ਼ਨ, ਕੋਈ ਡਿਵੀਡੈਂਡ ਦੀ ਪੱਕੀ ਕਮਿਟਮੈਂਟ ਨਹੀਂ ਹੁੰਦੀ। ਪੈਸੇ ਹੋਏ ਅਤੇ ਸਾਨੂੰ ਲੱਗਿਆ ਵੀ ਡਿਵੀਡੈਂਡ ਦੇਣਾ ਤਾਂ ਦੇ ਦਾਂਗੇ, ਪੈਸੇ ਨਹੀਂ ਹੋਏ ਅਤੇ ਸਾਨੂੰ ਲੱਗ ਰਿਹਾ ਡਿਵੀਡੈਂਡ ਨਹੀਂ ਦੇਣਾ ਚਾਹੀਦਾ ਤਾਂ ਡਿਵੀਡੈਂਡ ਨਹੀਂ ਦੇਵਾਂਗੇ। ਸਾਡੀ ਇੱਛਾ ਅਨੁਸਾਰ ਹੈ, ਕੰਪਨੀ 'ਤੇ ਡਿਪੈਂਡ ਕਰਦਾ। ਟੈਕਸ ਡਿਡਕਟੇਬਲ ਐਕਸਪੈਂਸ, ਆਹ ਪੁਆਇੰਟ ਇਸ ਚੈਪਟਰ ਦਾ ਸਟਾਰ ਮਾਰਕ ਪੁਆਇੰਟ ਹੈ। ਇਹ ਤੋਂ ਬਿਨਾਂ ਤੁਹਾਡਾ ਇਹ ਚੈਪਟਰ ਕੰਪਲੀਟ ਹੋ ਹੀ ਨਹੀਂ ਸਕਦਾ। ਇਹ ਬਹੁਤ ਜਗ੍ਹਾ ਅਪਲਾਈ ਹੋਣਾ। ਅਤੇ ਟੈਕਸ ਡਿਡਕਟੇਬਲ ਐਕਸਪੈਂਸ ਦਾ ਮਤਲਬ ਸਮਝ ਲਓ ਕੀ ਹੁੰਦਾ। ਇੰਟਰਸਟ ਪੇਡ ਇਜ਼ ਟੈਕਸ ਡਿਡਕਟੇਬਲ। ਇਹਦਾ ਮਤਲਬ ਵੀ ਜਦ ਵੀ ਤੁਸੀਂ ਲੈਟਸ ਸੇ ਲੱਖ ਰੁਪਈਆ ਵਿਆਜ ਪੇ ਕੀਤਾ, ਤਾਂ ਜਿੰਨੇ 'ਤੇ ਤੁਸੀਂ ਵਿਆਜ ਪੇ ਕੀਤਾ, ਜਿੰਨਾ ਅਮਾਊਂਟ ਵਿਆਜ ਪੇ ਕੀਤਾ ਉਹ ਤੋਂ ਤੁਹਾਡਾ ਟੈਕਸ ਬਚੂਗਾ। ਲੈਟਸ ਸੇ ਟੈਕਸ 30% ਹੈ, ਤਾਂ ਤੁਹਾਡੀ ਕਮਾਈ ਦਾ 30% ਜਿਹੜਾ ਤੁਸੀਂ ਵਿਆਜ ਪੇ ਕੀਤਾ ਉਹਦੇ ਉੱਤੇ 30% ਤੁਹਾਡਾ ਬਚ ਜਾਣਾ। ਟੈਕਸ ਕਿੰਨਾ ਬਚ ਗਿਆ? 30,000। ਤਾਂ ਟੈਕਨੀਕਲੀ ਤੁਸੀਂ ਲੱਖ ਦੀ ਜਗ੍ਹਾ ਵਿਆਜ 70,000 ਪੇ ਕਰਦੇ ਪਏ ਹੋ। ਜਿਹਦਾ ਮਤਲਬ ਲੱਖ ਮਾਈਨਸ 30,000 ਟੈਕਸ ਜਿਹੜਾ ਬਚ ਗਿਆ ਇਕੁਅਲ ਟੂ 70,000। ਅਤੇ ਡਿਵੀਡੈਂਡ 'ਚ ਐਵੇਂ ਨਹੀਂ ਹੁੰਦਾ। ਡਿਵੀਡੈਂਡ ਦੇ ਜੋ ਪੈਸਾ ਤੁਸੀਂ ਵੰਡਿਆ ਡਿਵੀਡੈਂਡ ਦਾ, ਉਹ ਟੈਕਸ ਪੇ ਕਰਨ ਤੋਂ ਬਾਅਦ ਵੰਡਿਆ। ਅਤੇ ਦੇਸੀ ਭਾਸ਼ਾ 'ਚ ਬੋਲਾਂ, ਵਿਆਜ ਟੈਕਸ ਪੇ ਕਰਨ ਤੋਂ ਪਹਿਲਾਂ ਪੇ ਹੁੰਦਾ। ਠੀਕ ਹੈ, ਅਤੇ ਡਿਵੀਡੈਂਡ ਟੈਕਸ ਪੇ ਕਰਨ ਤੋਂ ਬਾਅਦ ਪੇ ਹੁੰਦਾ। ਜਿਹੜੀ ਇਨਕਮ ਟੈਕਸ ਪੇ ਕਰਨ ਤੋਂ ਪਹਿਲਾਂ ਤੁਸੀਂ ਇੰਟਰਸਟ ਦੇ ਰੂਪ ਦੇ ਵਿੱਚ ਵੰਡਤੀ, ਉਹਦੇ ਉੱਤੇ ਥੋੜ੍ਹਾ ਟੈਕਸ ਬਚ ਜਾਣਾ। ਫੋਰ ਐਗਜ਼ਾਮਪਲ, $10 ਲੱਖ ਕਮਾਇਆ, 1 ਲੱਖ ਦੇ ਵਿਆਜ ਦੇ ਤਾਂ 9 ਲੱਖ ਰੁਪਇਆ ਇਨਕਮ ਹੈ ਤੁਹਾਡੀ, ਟੈਕਸ 30%, 2,70,000। ਅਤੇ ਇੱਧਰ ਚੈੱਕ ਕਰ ਲਓ, 10 ਲੱਖ ਤੁਹਾਡਾ ਸੇਮ ਇਨਕਮ ਹੈ, ਇੰਟਰਸਟ 0 ਆ। ਕਿੰਨਾ ਆ ਗਿਆ? 10 ਲੱਖ। 10 ਲੱਖ ਅਤੇ 30%, 3 ਲੱਖ। ਹੁਣ ਟੈਕਸ ਦੇ ਫਰਕ ਚੈੱਕ ਕਰੋ ਕਿੰਨਾ? 30,000 ਰੁਪਇਆ। ਇਹ ਕਿੱਥੋਂ ਆਇਆ? 1 ਲੱਖ ਇੰਟੂ 30% ਕਿੰਨਾ ਹੋ ਗਿਆ? 30,000। ਇਹ 'ਤੇ ਤੁਹਾਡੇ ਪੈਸੇ ਬਚਦੇ ਨੇ ਵਿਆਜ 'ਤੇ। ਦੂਜੇ ਪਾਸੇ ਡਿਵੀਡੈਂਡ 'ਤੇ ਤੁਹਾਡਾ ਕੋਈ ਪੈਸਾ ਬਚਦਾ ਨਹੀਂ ਹੈਗਾ। ਓਕੇ, ਨੈਕਸਟ ਟੋਪਿਕ। ਹੁਣ ਤੁਸੀਂ ਫਾਈਨੈਂਸਿੰਗ ਡਿਸੀਜ਼ਨ ਲੈਣ ਲੱਗੇ ਹੋ ਵੀ ਡੈਟ ਵਧੀਆ ਕਿ ਇਕੁਇਟੀ ਵਧੀਆ। ਅਸੀਂ ਇਹ ਨਹੀਂ ਕਹਿ ਰਹੇ ਹੈਗੇ ਵੀ ਕਿੰਨਾ ਪੈਸਾ ਕਿਤੋਂ ਲੈ ਕੇ ਆਉਣਾ ਏ।
ਅਸੀਂ ਇਹ ਕਹਿ ਰਹੇ ਇਸ ਟਾਈਮ ਪੂਰੀ ਗੱਲ ਇਹ ਹੋ ਰਹੀ ਹੈ ਵੀ ਡੈਟ ਵਧੀਆ ਕਿ ਇਕੁਇਟੀ ਵਧੀਆ। ਜਦ ਗੱਲ ਕਰਾਂਗੇ ਕਿੰਨੇ % ਪੈਸਾ ਡੈਟ ਤੋਂ ਲਈਏ, ਕਿੰਨੇ % ਪੈਸਾ ਇਕੁਇਟੀ ਤੋਂ ਲਈਏ, ਉਹ ਕੈਪੀਟਲ ਸਟਰਕਚਰ ਆ। ਓਕੇ, ਫਾਈਨੈਂਸ਼ੀਅਲ ਡਿਸੀਜ਼ਨ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਾਮਨ ਦੇਖੋਗੇ ਉਹ ਹੈਗਾ ਕੈਸ਼ ਫਲੋ ਪੋਜੀਸ਼ਨ। ਤੁਹਾਨੂੰ ਆਹ ਪੁਆਇੰਟ ਬਹੁਤ ਸਾਰੀ ਜਗ੍ਹਾ ਮਿਲ ਜਾਣਾ। ਅਤੇ ਜਦੋਂ ਵੀ ਡੈਟ ਇਕੁਇਟੀ ਦੀ ਗੱਲ ਹੋਊਗੀ ਕਿਸੇ ਵੀ ਉਹ 'ਚ ਤਾਂ ਫਲੋਟੇਸ਼ਨ ਕੋਸਟ ਤਾਂ ਪੱਕਾ ਆਉਣਾ ਹੀ ਆਉਣਾ। ਅਤੇ ਕੰਟਰੋਲ ਦੀ ਵੀ ਗੱਲ ਕਰਨੀ ਓ ਕਰਨੀ ਆ। 3 ਪੁਆਇੰਟ ਕਾਮਨ ਨੇ, ਕੰਟਰੋਲ, ਕੈਸ਼ ਫਲੋ, ਫਲੋਟੇਸ਼ਨ ਕੋਸਟ। ਇਹ 3 ਪੁਆਇੰਟ ਤੁਹਾਡੇ ਹਮੇਸ਼ਾ ਲੱਗਣਗੇ। ਓਕੇ, ਪਹਿਲਾ ਪੁਆਇੰਟ ਕੋਸਟ। ਦੇਖੋ ਡੈਟ ਨੂੰ ਰੇਜ਼ ਕਰਨ ਦਾ ਖਰਚਾ ਅਲੱਗ ਹੁੰਦਾ ਜਾਂ ਇਕੁਇਟੀ ਨੂੰ ਰੇਜ਼ ਕਰਨ ਦਾ ਖਰਚਾ ਅਲੱਗ ਹੁੰਦਾ, ਠੀਕ ਹੈ। ਅਤੇ ਉਹਦੀ ਗੱਲ ਕਰਨ ਲੱਗੇ ਹਾਂ, ਜੇ ਤੁਸੀਂ ਖਰਚੇ ਦੀ ਗੱਲ ਕਰਦੇ ਪਏ ਹੋ ਤਾਂ ਬਾਈ ਡੈਟ ਇਸ਼ੂ ਕਰ ਲਓ। ਡੈਟ ਸਸਤੇ 'ਚ ਇਸ਼ੂ ਹੋ ਜਾਂਦਾ, ਠੀਕ ਹੈ। ਤਾਂ ਅਸੀਂ ਕਿਹਨੂੰ ਪ੍ਰੈਫਰ ਕਰਾਂਗੇ? ਡੈਟ ਨੂੰ। ਓਕੇ, ਜੇ ਗੱਲ ਕਰੀਏ ਓਨਰ ਫੰਡ ਦੀ, ਇਹ ਥੋੜ੍ਹਾ ਜਿਹਾ ਮਹਿੰਗਾ ਪੈ ਜਾਂਦਾ ਫਿਰ ਕੋਸਟ ਦੇ ਹਿਸਾਬ ਨਾਲ, ਤਾਂ ਅਸੀਂ ਇਹ ਪ੍ਰੈਫਰ ਨਹੀਂ ਕਰਾਂਗੇ ਨਾ। ਰਿਸਕ, ਬੋਰਡ ਫੰਡ ਜ਼ਿਆਦਾ ਰਿਸਕੀ ਆ, ਠੀਕ ਹੈ। ਕਿਉਂ? ਇਹ 'ਚ ਤੁਹਾਨੂੰ ਵਿਆਜ ਪੇ ਕਰਨਾ ਹੀ ਕਰਨਾ ਪੈਣਾ, ਵਿਆਜ ਪੇ ਕਰਨਾ ਹੀ ਕਰਨਾ ਪੈਣਾ। ਇਹ ਮੈਂਡੇਟਰੀ ਆ, ਕੋਈ ਆਪਸ਼ਨਲ ਨਹੀਂ ਹੈਗਾ। ਤੁਹਾਨੂੰ ਵਿਆਜ ਮਹੀਨੇ ਪਰ ਮਹੀਨੇ, ਕੁਆਟਰਲੀ ਜਾਂ ਫਿਰ ਹਾਫ ਈਅਰਲੀ ਜੋ ਵੀ ਤੁਹਾਡਾ ਉਹਨਾਂ ਨਾਲ ਕੰਟਰੈਕਟ ਹੋਇਆ ਪੇ ਕਰਨਾ ਹੀ ਪੈਣਾ, ਮਨਾ ਨਹੀਂ ਕਰ ਸਕਦੇ। ਗੱਲ ਕਰੀਏ ਕੰਪਨੀ ਦੇ ਬੋਰਡ ਓਨਰ ਫੰਡ ਦੀ, ਓਨਰ ਫੰਡ ਦੇ ਵਿੱਚ ਕੀ ਹਿਸਾਬ ਹੈ? ਡਿਵੀਡੈਂਡ ਪੈਸੇ ਹੋਏ ਤਾਂ ਦੇ ਦਿਓ, ਨਹੀਂ ਹੋਏ ਤਾਂ ਨਾ ਦਿਓ, ਰਿਸਕੀ ਘੱਟ ਹੈ। ਓਕੇ, ਫਲੋਟੇਸ਼ਨ ਕੋਸਟ, ਕਿਸੇ ਵੀ ਸੋਰਸ ਤੋਂ ਪੈਸੇ ਰੇਜ਼ ਕਰਨ ਲੱਗੇ ਜਿਹੜਾ ਤੁਹਾਡਾ ਖਰਚਾ ਆਉਣਾ ਉਹਨੂੰ ਫਲੋਟੇਸ਼ਨ ਕੋਸਟ ਕਹਿੰਦੇ ਆ, ਠੀਕ ਹੈ। ਕੋਈ ਵੀ ਚੀਜ਼ ਤੋਂ ਪੈਸਾ ਰੇਜ਼ ਕਰਨ ਲੱਗੇ ਹੋ, ਆਈਦਰ ਓਨਰ ਫੰਡ ਤੋਂ, ਆਈਦਰ ਬੋਰਡ ਫੰਡ ਤੋਂ, ਆਈਦਰ ਔਰ ਜੀ ਤੋਂ ਵੀ ਹੋਇਆ, ਠੀਕ ਹੈ। ਜੋ ਉਹਨੂੰ ਇਸ਼ੂ ਕਰਨ ਦਾ ਖਰਚਾ ਆਊਗਾ ਉਹਨੂੰ ਫਲੋਟੇਸ਼ਨ ਕੋਸਟ ਕਹਿੰਦੇ ਆ, ਠੀਕ ਹੈ। ਅਤੇ ਫਲੋਟੇਸ਼ਨ ਕੋਸਟ ਬੋਰਡ ਫੰਡ ਦੀ ਬਹੁਤ ਘੱਟ ਹੁੰਦੀ ਹੈ ਅਤੇ ਓਨਰ ਫੰਡ ਦੀ ਬਹੁਤ ਜ਼ਿਆਦਾ ਹੁੰਦੀ ਹੈ। ਜੇ ਇਸ ਚੀਜ਼ ਨੂੰ ਸੋਚ ਰਹੇ ਹਾਂ ਤਾਂ ਆਪਣਾ ਬੋਰਡ ਫੰਡ ਜ਼ਿਆਦਾ ਪ੍ਰੈਫਰਡ ਹੈ, ਓਨਰ ਫੰਡ ਘੱਟ ਪ੍ਰੈਫਰਡ ਹੈ, ਠੀਕ ਹੈ ਜੀ। ਅਗਲਾ ਪੁਆਇੰਟ ਕੈਸ਼ ਫਲੋ ਪੋਜੀਸ਼ਨ। ਜੇ ਤਾਂ ਸਟਰੋਂਗ ਕੈਸ਼ ਫਲੋ ਪੋਜੀਸ਼ਨ ਹੈ ਫਿਰ ਤਾਂ ਡੈਟ ਕਰ ਲਓ। ਰੀਜ਼ਨ, ਵਿਆਜ ਪੇ ਕਰ ਸਕਦੇ ਹੋ ਤੁਸੀਂ, ਵਿਆਜ ਪੱਕਾ ਹੁੰਦਾ। ਗੱਲ ਕਰੀਏ ਓਨਰ ਫੰਡ ਦੀ, ਜੇ ਤੁਹਾਡੇ ਕੋਲ ਬਾਈ ਪੈਸੇ ਦੀ ਸ਼ਾਰਟੇਜ ਰਹਿੰਦੀ ਹੈ ਜਾਂ ਇਨਫਲੋ ਘੱਟ ਹੁੰਦਾ ਤਾਂ ਫਿਰ ਇਕੁਇਟੀ ਕਰ ਲਓ। ਡਿਵੀਡੈਂਡ ਦੇਣ ਦੀ ਕੋਈ ਖਾਸ ਲੋੜ ਹੁੰਦੀ ਨਹੀਂ ਹੈਗੀ, ਡਿਵੀਡੈਂਡ ਮੈਂਡੇਟਰੀ ਨਹੀਂ ਹੁੰਦਾ ਹੈਗਾ, ਮੋਟੀ ਜਿਹੀ ਗੱਲ ਇਹ ਆ। ਫਿਕਸਡ ਓਪਰੇਟਿੰਗ ਕੋਸਟ, ਫਿਕਸਡ ਓਪਰੇਟਿੰਗ ਕੋਸਟ ਦਾ ਮਤਲਬ ਕੀ ਆ? ਪੱਕੇ ਖਰਚੇ ਕਿੰਨੇ ਨੇ? ਪੱਕੇ ਖਰਚੇ, ਤਨਖਾਹ, ਇਲੈਕਟ੍ਰੀਸਿਟੀ, ਰੈਂਟ, ਇਹ ਪੱਕੇ ਖਰਚੇ ਨੇ। ਜੇ ਤਾਂ ਪੱਕੇ ਖਰਚੇ ਬਹੁਤ ਜ਼ਿਆਦਾ ਨੇ ਫਿਰ ਤਾਂ ਤੁਸੀਂ ਐਂ ਕਰੋ, ਇਕੁਇਟੀ ਕਰ ਲਓ, ਤੁਹਾਨੂੰ ਡਿਵੀਡੈਂਡ ਦੇਣ ਦੀ ਲੋੜ ਨਹੀਂ, ਉਹ ਪੱਕਾ ਖਰਚਾ ਹੋਰ ਨਹੀਂ ਖੜਾ ਹੋਊਗਾ। ਜੇ ਪੱਕੇ ਖਰਚੇ ਬਹੁਤ ਘੱਟ ਨੇ, ਲੋ ਨੇ, ਤਾਂ ਤੁਸੀਂ ਕਿਤੇ ਨਾ ਕਿਤੇ ਪ੍ਰੈਫਰ ਕਰ ਸਕਦੇ ਹੋ ਬੋਰਡ ਫੰਡ, ਜਿਹਦੇ ਵਿੱਚ ਮਤਲਬ ਕੀ ਆ ਵੀ ਖਰਚਾ ਹੋ ਵੀ ਗਿਆ ਤਾਂ ਕੋਈ ਗੱਲ ਨਹੀਂ, ਸਾਡੇ ਪੱਕੇ ਖਰਚੇ ਬਾਕੀ ਨਹੀਂ ਹੈਗੇ। ਕੰਟਰੋਲ, ਜੇ ਤਾਂ ਬਾਈ ਤੁਸੀਂ ਕੰਟਰੋਲ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਹੋ, ਠੀਕ ਹੈ, ਫਿਰ ਤਾਂ ਬੋਰਡ ਫੰਡ ਕਰ ਲਓ। ਇੰਟਰਸਟ ਜ਼ਰੂਰ ਪੇ ਕਰਨਾ ਪਊਗਾ ਪਰ ਕੰਟਰੋਲ ਤੁਹਾਡੇ ਹੱਥ 'ਚ ਹੋਊਗਾ। ਬਟ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਕਹਿ ਰਹੇ ਹੋ ਕੋਈ ਚੱਕਰ ਨਹੀਂ ਯਾਰ, ਕੰਟਰੋਲ ਜਾਂਦਾ ਜਾਣ ਦਿਓ, ਇਸ ਤਰ੍ਹਾਂ ਸਿਮਰਨ ਦਿਓ ਕੰਟਰੋਲ ਨੂੰ, ਤਾਂ ਪ੍ਰੈਫਰ ਕਰੋ ਇਕੁਇਟੀ। ਸਟੇਟ ਆਫ ਕੈਪੀਟਲ ਮਾਰਕੀਟ, ਕੈਪੀਟਲ ਮਾਰਕੀਟ ਕਿਹੋ ਜਿਹੀ ਚੱਲ ਰਹੀ ਹੈ? ਜਦੋਂ ਵੀ ਇਹਦੀ ਗੱਲ ਹੋਊਗੀ ਵੀ ਕੈਪੀਟਲ ਮਾਰਕੀਟ ਕਿਹੋ ਜਿਹੀ ਚੱਲ ਰਹੀ ਹੈ, ਜੇ ਤਾਂ ਮਾਰਕੀਟ ਚੱਲ ਰਹੀ ਹੈ ਬੂਮ 'ਚ, ਤੇਜ਼ੀ 'ਚ, ਜਿੰਨੇ ਸ਼ੇਅਰ ਇਸ਼ੂ ਕਰੋਗੇ ਵਿਕ ਜੂਗੇ, ਅਤੇ 90% ਵਿਕਣੇ ਜ਼ਰੂਰੀ ਹੁੰਦੇ ਨੇ। ਜੇ ਨਾ ਵਿਕੇ ਤਾਂ ਪੈਸੇ ਰਿਫੰਡ ਕਰਨੇ ਪੈਣਗੇ। ਤੇਜ਼ੀ ਆ ਮਾਰਕੀਟ 'ਚ, ਸਭ ਵਿਕ ਰਿਹਾ, ਵੇਚ ਦਿਓ, ਇਕੁਇਟੀ ਵਿਕ ਜੂਗਾ, ਓਨਰ ਵਿਕ ਜੂਗਾ, ਫੰਡ। ਜੇ ਗੱਲ ਕਰੀਏ ਰਿਸੈਸ਼ਨ ਦੀ, ਮੰਦੀ ਹੈ, ਡਿਪਰੈਸ਼ਨ ਹੈ, ਰਿਸੈਸ਼ਨ ਹੈ, ਨਹੀਂ ਯਾਰ ਲੋਕੀ ਸ਼ੇਅਰ ਨਹੀਂ ਖਰੀਦਣਗੇ ਤੁਹਾਡੇ, ਲੋਕਾਂ ਨੂੰ ਚਾਹੀਦੀ ਸਿਕਿਉਰਿਟੀ ਪੂਰੀ ਹੁਣ, ਇੰਟਰਸਟ ਵਰਗੀ, ਤਾਂ ਕੀ ਵਿਕੂਗਾ? ਡਿਬੈਂਚਰ। ਆਹ ਤੁਹਾਡਾ ਟੋਪਿਕ ਸੀਗਾ ਫਾਈਨੈਂਸ਼ੀਅਲ ਡਿਸੀਜ਼ਨ ਨੂੰ ਲੈ ਕੇ। ਤੁਹਾਨੂੰ ਕੋਈ ਲੱਗਦਾ ਵੀ ਹਜੇ ਕੋਈ ਡਾਊਟ ਹੈਗਾ, ਕਮੈਂਟ ਕਰ ਦਿਓ, ਮੈਂ ਉਸ ਡਾਊਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ।